ਅੱਜ ਇੰਨੀ ਮਹਿੰਗਾਈ ਵੱਧ ਰਹੀ ਹੈ ਜੀ, ਕਿਵੇਂ ਦੇਖਦੇ ਹੋ ਸਾਰੇ ਕਿਸੇ ਨੂੰ? ਪੈਟਰੋਲ ਦਾ ਇੰਨਾ ਵੱਧ ਗਿਆ ਜੀ। कुछ नहीं रहा जी वैसे महंगाई है बस। ਅੱਛਾ ਜੀ। 50 रुपये मूली दे रहे हैं, 120 रुपये शिमला मिर्चें दे रहे हैं, 40 की पाइया दे रहे हैं। कमाई सारी लग रहे 500-600 रुपये ले तो 20 रुपये बचे किराए वास्ता। पेट्रोल महंगी हो रही है, गैस महंगी हो रही है, सारा उत्थे जाते हैं। ਲੱਗਦਾ ਵੀ ਆਮ ਆਦਮੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਜੇਬ ਤਾਂ ਇਹ ਕੁਛ ਲੈਣ ਦੇ ਸਮਰਥ ਹੈ ਹੀ ਨਹੀਂ ਗੀ। जेब तो मोदी ਨੂੰ ਪਹਾੜੀ ਕਰੋ ਬਸ। क्या कर सकते हैं जी, किन्नों कह सकते हैं, कोई कह नहीं सकते किन्नों। हाँ, सारिया सरकारां मतलब आ रही हैं जा रही हैं। ਹੁਣ ਇੱਕ ਮਤਲਬ ਇੱਕ ਸਾਈਕਲ ਇੱਕ ਕੁਲਸੀ, ਹੁਣ ਮਤਲਬ 10 15 20 30 ਸਾਲਾਂ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਕੋਲ ਇੱਕ ਗੱਡੀ ਸੀ ਉਹਨਾਂ ਕੋਲ 10 ਗੱਡੀਆਂ ਹੋ ਗਈਆਂ ਤੇ ਤੇਲ ਪੈਟਰੋਲ ਵਧਣਾ ਹੀ ਹੈਗਾ ਰਾਜੇ। ਸਬਜ਼ੀ ਮੰਡੀ ਕਹਿਣ ਨੂੰ ਸਸਤੀ ਹੈ, ਪਰ ਮੈਂ ਦੇਖਿਆ ਕੰਪੇਅਰ ਕੀਤਾ ਜਿਹੜੀ ਆਪਣੀ ਕਿਸਾਨਾਂ ਦੀ ਮੰਡੀ ਹੈ ਉਸ 'ਚ ਵੀ ਇਹੀ ਰੇਟ ਹੈ, ਇੱਥੇ ਵੀ ਇਹੀ ਰੇਟ ਹੈ, ਕੋਈ ਖਾਸ ਫਰਕ ਨਹੀਂ ਹੈਗਾ। ਕਿੰਨਾ ਰੇਟ ਵਧਿਆ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਸੀਐਨਜੀ ਦਾ? वो जी 5-7 रुपये बढ़ गया जी। जिसको ज़रूरी है जाते हैं, जल्दी है चले जाते हैं 10 रुपये एक्स्ट्रा लगा के, जिसको जल्दी नहीं वो छोड़ देते हैं। मोदी जी तो कह रहे हैं कि तरक्की हो रही है, तो ये आप इसको तरक्की मानते हो? गरीब आदमी मर रहा है इसके पीछे, कैसे तरक्की है? 2 साल से लॉकडाउन लगाया, हम लोग का गाड़ी खींच लिया बैंक वाले ने। उनसे बोलते हैं कि गैस सिलेंडर बढ़ गया रेट तो हमको पैसा दो, तो वो तो उतने ही पैसा देता है, ज़्यादा पैसा नहीं देता है, उतने देगा पैसा, लड़ जाता है। ਕੀ ਕਾਰਨ ਮੰਨਦੇ ਹੋ ਜਿਹੜੀ ਮਹਿੰਗਾਈ ਵੱਧ ਰਹੀ ਹੈ ਇੰਨੀ? पेट्रोल डीजल ही जो ट्रांसपोर्ट ही महंगा पड़ेगा तो फिर देखो ऑटोमेटिकली हर एक चीज़ बढ़ेगी। ਸਰਕਾਰਾਂ ਹੀ ਕਹਿ ਸਕਦੇ ਹੁਣ ਕੀ ਕਹਿ ਸਕਦੇ ਆ। ਪਹਿਲਾਂ 10 ਸਾਲ ਅਕਾਲੀ ਰਾਜ ਕਰ ਗਈ, ਹੁਣ ਕਾਂਗਰਸ ਆਪ ਕਰ ਰਹੀ ਹੈ। ਸੈਂਟਰ ਦੇ ਵਿੱਚ ਤਾਂ ਬੀਜੇਪੀ ਹੈਗੀ। ਤਾਂ ਬੀਜੇਪੀ ਦੇ ਤਾਂ ਹੁਣ ਹੱਥ ਹੀ ਜੋੜੇ ਆ ਜੀ, ਹੋਰ ਕੀ ਕਹਿ ਸਕਦੇ। ਅੱਜ ਗੱਲ ਕਰਾਂਗੇ ਦੇਸ਼ ਦੇ ਵਿੱਚ ਵੱਧ ਰਹੀ ਮਹਿੰਗਾਈ ਦੀ। ਜੇਕਰ ਗੱਲ ਕਰੀਏ 2014 ਤੋਂ ਬਾਅਦ ਲਗਾਤਾਰ ਭਾਰਤ ਦੀ ਅਰਥ ਵਿਵਸਥਾ ਡਿੱਗਦੀ ਰਹੀ ਹੈ ਤੇ ਚੀਜ਼ਾਂ ਦੇ ਰੇਟ ਵੱਧਦੇ ਰਹੇ ਨੇ। ਗੱਲ ਕਰੀਏ ਗੈਸ, ਪੈਟਰੋਲ ਜਾਂ ਖਾਣ ਪੀਣ ਦੀ, ਤਾਂ ਚੀਜ਼ਾਂ ਦੇ ਅੱਜ ਭਾਅ ਅਸਮਾਨ ਛੂਹ ਰਹੇ ਨੇ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੇ ਨੇ। ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਵਿੱਚ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਆਮ ਆਦਮੀ ਦੀ ਜੇਬ ਤੇ ਭਾਰੀ ਪੈ ਰਹੀ ਹੈ। ਸਾਡੇ ਇੱਥੇ ਜੋ ਕਾਫੀ ਲੋਕ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਵੱਧ ਰਹੀ ਮਹਿੰਗਾਈ ਨੂੰ ਉਹ ਕਿਵੇਂ ਵੇਖਦੇ ਨੇ। ਅੰਕਲ, ਅੱਜ ਇੰਨੀ ਮਹਿੰਗਾਈ ਵੱਧ ਰਹੀ ਹੈ ਜੀ, ਕਿਵੇਂ ਦੇਖਦੇ ਹੋ ਸਾਰੇ ਕਿਸੇ ਨੂੰ? ਪੈਟਰੋਲ ਦਾ ਇੰਨਾ ਵੱਧ ਗਿਆ ਜੀ। कुछ नहीं रहा जी वैसे महंगाई है बस। ਅੱਛਾ ਜੀ। 50 रुपये मूली दे रहे हैं, 120 रुपये शिमला मिर्चें दे रहे हैं, 40 की पाइया दे रहे हैं। ਠੀਕ ਹੈ। ਕੀ ਕਾਰਨ ਮੰਨਦੇ ਹੋ ਵੀ ਮਹਿੰਗਾਈ ਵੱਧਦੀ ਕਿਉਂ ਆ? क्या पता है जी, तो सानू पता नहीं जी। अच्छा। ਠੀਕ ਹੈ। हाँ जी। ਕਿਉਂਕਿ ਅੱਜ ਲੱਗਦਾ ਵੀ ਜਿਹੜਾ ਆਮ ਆਦਮੀ ਉਹ ਘਰ ਦਾ ਖਰਚਾ ਬਹੁਤ ਔਖਾ ਚਲਾ ਸਕਦਾ। हाँ जी, कुछ चल ही नहीं रहा जी। और मूलियाँ भी 50 रुपये दे रही है, सारी चीज़ें महंगी है ਦੀ ਕਮਾਈ ਕਿੰਨੀ ਕਰਤੇ, ਲਾਗਤ ਕਿੰਨੀ ਹੈਗੀ? कमाई सारी लग रहे 500-600 रुपये ले तो 20 रुपये बचे किराए वास्ता ਟੈਂਪੂ ਗਏ, ਹੋਰ ਸਾਰੇ ਲੱਗਦੇ, ਉਹ ਝੋਲਾ ਨਹੀਂ ਭਰਿਆਗਾ। ਤੁਸੀਂ ਦੇਖਿਆ ਕਿ ਇਹਨਾਂ ਦਾ ਕਹਿਣਾ ਹੈ ਕਿ 500-600 ਰੁਪਇਆ ਲੈ ਕੇ ਆਏ ਨੇ ਤੇ ਸਿਰਫ 20 ਰੁਪਏ ਬਚੇ ਨੇ ਔਰ ਘਰ ਦਾ ਰਾਸ਼ਨ ਲੈ ਕੇ ਜਾ ਰਹੇ ਨੇ। ਸਾਡੇ ਨਾਲ ਹੋਰ ਵੀ ਸਰਦਾਰ ਸਾਹਿਬ, ਇੰਨੀ ਮਹਿੰਗਾਈ ਵੱਧ ਰਹੀ ਹੈ, ਕੀ ਸਮਝੋ ਕੀ ਕਾਰਨ ਹੈਗੇ? ਕੀ ਕਾਰਨ ਹੋਊਗੀ, ਕੀ ਕਾਰਨ ਹੈ? ਕੀ ਹੋਣੀ ਚਾਹੀਦੀ? ਵਿੱਚ ਬਰਸਾਤ ਮੀਂਹ ਪੈ ਜਾਂਦੀ ਹੈ, ਹਾਂਜੀ ਇਸ ਕਰਕੇ ਸੌਦੇ ਖਤਮ ਹੋ ਜਾਂਦੀ ਹੈ, ਸਾਰੀ ਬੇਟਾ ਬੁੱਲਾ ਜਿਹੜੇ ਫੁੱਟ ਜਾਂਦੀ ਹੈ। ਬਾਕੀ ਹੁਣ ਦੇਖ ਲਓ, ਪੈਟਰੋਲ ਮਹਿੰਗੀ ਹੋ ਰਹੀ ਹੈ, ਗੈਸ ਮਹਿੰਗੀ ਹੋ ਰਹੀ ਹੈ, ਸਾਰਾ ਉੱਥੇ ਜਾਂਦੇ ਆ। ਲੱਗਦਾ ਵੀ ਆਮ ਆਦਮੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਜੇਬ ਤਾਂ ਇਹ ਕੁਛ ਲੈਣ ਦੇ ਸਮਰਥ ਹੈ ਹੀ ਨਹੀਂ ਗੀ। ਜੇਬ ਤਾਂ ਮੋਦੀ ਨੂੰ ਪਹਾੜੀ ਕਰੋ ਬਸ। ਅੱਛਾ, ਠੀਕ ਹੈ। ਤੁਸੀਂ ਦੇਖਿਆ ਕਿ ਇਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜੀ ਹਰ ਚੀਜ਼ ਆਮ ਆਦਮੀ ਜੇਬ ਤੋਂ ਬਾਹਰ ਹੋ ਰਹੀ ਹੈ। ਕੀ ਕਹਿਣਾ ਚਾਹੋਗੇ ਜੋ ਮਹਿੰਗਾਈ ਵੱਧ ਰਹੀ ਹੈ, ਪੈਟਰੋਲ ਦੇ ਰੇਟ ਇੰਨੇ ਵੱਧ ਗਏ ਨੇ, ਲੋਕਾਂ ਨੂੰ ਸਬਜ਼ੀ ਤੱਕ ਲੈਣੀ ਮੁਸ਼ਕਿਲ ਹੋ ਰਹੀ ਹੈ, ਘਰ ਦੇ ਵਿੱਚ ਦਾਲ ਰੋਟੀ ਬਣਾਉਣੀ ਅੱਜ ਮਹਿੰਗੀ ਪੈ ਰਹੀ ਹੈ। क्या कर सकते हैं जी, किन्नों कह सकते हैं, कोई कह नहीं सकते किन्नों। हाँ, सारिया सरकारां मतलब आ रही हैं जा रही हैं, बस यही है। महंगाई तो चल ही रही है, इतनी भी पब्लिक भी बढ़ रही है, महंगाई तो है, पब्लिक भी उन्नी हैगी। ये नहीं है कि महंगाई ज़्यादा है,
ਪਬਲਿਕ ਵੀ ਜ਼ਿਆਦੀ ਹੈ, ਗੱਡੀਆਂ ਵੀ ਜ਼ਿਆਦੀਆਂ ਹਨ ਬਹੁਤ ਜੀ। ਗੱਡੀਆਂ ਇੰਨੀ ਅੱਗੇ ਨਹੀਂ ਸੀਆਂ। ਅਸੀਂ ਸਾਈਕਲ 'ਚ ਸਨ 80 'ਚ ਅਸੀਂ ਇੱਥੇ ਚੰਡੀਗੜ੍ਹ 'ਚ ਰਹਿੰਦੇ ਸੀ, ਸਾਈਕਲ 'ਚ ਆਉਂਦੇ ਜਾਂਦੇ ਸੀ। ਹੁਣ ਸਾਡੇ ਨਾਲ ਪੜੋਸੀਆਂ ਦੇ ਹੈਗੇ ਨੇ ਜਿਨ੍ਹਾਂ ਦੇ ਇੱਕ ਮਕਾਨ, ਉਹਨਾਂ ਕੋਲ 4-4 ਗੱਡੀਆਂ ਹੋ ਗਈਆਂ। ਜਿਨ੍ਹਾਂ ਕੋਲ ਸਾਈਕਲ ਨਹੀਂ ਸੀ ਉਹਨਾਂ ਕੋਲ 4-4 ਗੱਡੀਆਂ। ਤੁਸੀਂ ਮੰਨਦੇ ਹੋ ਕਿ ਜਿਹੜੀਆਂ ਵੱਧ ਰਹੀ ਪਾਪੂਲੇਸ਼ਨ ਆ ਜਾਂ ਗੱਡੀਆਂ ਜਾਂ ਲੋਕਾਂ ਕੋਲ ਸਾਧਨ ਵੱਧ ਰਹੇ ਨੇ, ਉਹ ਵੀ ਵੱਧ ਰਹੀ ਮਹਿੰਗਾਈ ਦਾ ਕਾਰਨ ਉਹਨੂੰ ਮੰਨਦੇ ਹੋ? ਮਹਿੰਗਾਈ ਦਾ ਕਾਰਨ ਕਿਵੇਂ ਮੰਨਦੇ ਹੋ? ਐਦਾਂ ਮੰਨਦੇ ਹੈਗੇ। ਹੁਣ ਇੱਕ ਮਤਲਬ ਇੱਕ ਸਾਈਕਲ ਇੱਕ ਕੋਲ ਸੀ, ਹੁਣ ਮਤਲਬ 10 15 20 30 ਸਾਲਾਂ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਕੋਲ ਇੱਕ ਇੱਕ ਗੱਡੀ ਸੀ ਉਹਨਾਂ ਕੋਲ 10-10 ਗੱਡੀਆਂ ਹੋ ਗਈਆਂ। ਤੇ ਤੇਲ ਪੈਟਰੋਲ ਵਧਣਾ ਹੀ ਹੈਗਾ ਰਾਜੇ। ਜਿਹਦੇ ਕੋਲ 2 ਬੱਚੇ ਸੀ ਉਹਨਾਂ ਕੋਲ ਜ਼ਿਆਦਾ ਜਨਸੰਖਿਆ ਵੱਧ ਗਈ ਚੰਡੀਗੜ੍ਹ ਦੇ ਵਿੱਚ। ਹੁਣ ਮੇਰੇ ਕੋਲ ਚੰਡੀਗੜ੍ਹ 'ਚ 2 ਬੱਚੇ ਸੀ, ਅੱਜ ਮੇਰੇ ਕੋਲ 8 ਬੱਚੇ ਹੈਗੇ ਨੇ। ਮਹਿੰਗਾਈ ਤਾਂ ਵਧਣੀ ਹੈ ਰਾਜੇ। ਨਰਿੰਦਰ ਮੋਦੀ ਲਗਾਤਾਰ ਕਹਿ ਰਿਹਾ ਵੀ ਦੇਸ਼ ਤਰੱਕੀ ਕਰ ਰਿਹਾ, ਵੱਧ ਰਹੀ ਮਹਿੰਗਾਈ ਨੂੰ ਤਰੱਕੀ ਸਮਝਦੇ ਹੋ? ਬਿਲਕੁਲ ਤਰੱਕੀ ਕਰ ਰਿਹਾ ਜੀ, ਬਿਲਕੁਲ ਤਰੱਕੀ ਕਰ ਰਿਹਾ ਹੈਗਾ। ਤਰੱਕੀ ਇਹ ਕਰ ਰਿਹਾ ਹੈਗਾ ਜੀ, ਸਾਡੀ ਕਲੋਨੀਆਂ 'ਚ ਕੱਚੀਆਂ ਰੋਡਾਂ ਸੀਆਂ, ਅੱਜ ਡੀਟੀ ਰੋਡ ਬਣ ਗਏ। ਅਸੀਂ ਮਤਲਬ ਦੇਖ ਲੈ ਕਸ਼ਮੀਰ 'ਚ ਜਾਂਦੇ ਹਾਂ, ਪੂਰੇ ਡੀਟੀ ਹਾਈ ਰੋਡ ਬਣ ਗਏ। श्रीनगर जी अपने मनाली जाने कुल्लू मनाली जी हाई डीटी रोड बन गए। उत्तराखंड जी जाने बद्रीनाथ केदारनाथ हाई रोड बन गए। ਤੁਸੀਂ ਰੋਡ ਬਣਨ ਨੂੰ ਤਰੱਕੀ ਸਮਝਦੇ ਹੋ? ਅੱਜ ਜਿਹੜਾ ਗੈਸ ਸਿਲੰਡਰ ਆ ਉਹ ਹਰ ਇੰਨਾ ਮਹਿੰਗਾ ਹੋ ਗਿਆ ਗੈਸ ਕਿ ਤੁਸੀਂ ਉਹਨੂੰ ਤਰੱਕੀ ਸਮਝਦੇ ਹੋ ਰੋਡ ਨੂੰ? ਕਾਂਗਰਸ ਦੀ ਸਰਕਾਰ ਦੇ ਵਿੱਚ ਸਾਨੂੰ ਗੈਸ ਨਹੀਂ ਮਿਲਦੀ ਸੀ, ਸਿਲੰਡਰ ਹੀ ਨਹੀਂ ਮਿਲਦਾ ਸੀ, 15 20 ਦਿਨ ਨਹੀਂ ਮਿਲਦਾ ਸੀ। ਹੁਣ ਕਿੰਨਾ ਕੁ ਮਿਲਦਾ ਜੀ? ਹੁਣ ਤੇ ਮਤਲਬ ਜਦੀ ਜਾਓ ਜਦੀ ਮਿਲ ਜਾਂਦਾ ਹੈ। ਮਹਿੰਗਾ ਤਾਂ ਮਿਲਦਾ ਨਾ, ਮਹਿੰਗਾ ਆ ਗਿਆ। ਪਬਲਿਕ जनसंख्या भी ज़्यादा हो रही है राजे, ये नहीं कहा कि जनसंख्या ज़्यादा नहीं, जनसंख्या भी ज़्यादा हो रही है। चंडीगढ़ च इन्नी जनसंख्या नहीं सी जब असी आए सी सन 80 ਦੇ ਵਿੱਚ ਇੰਨੀ ਜਨਸੰਖਿਆ ਨਹੀਂ ਸੀ ਚੰਡੀਗੜ੍ਹ ਦੇ ਵਿੱਚ। ਆਪ ਸਮਝਦਾਰ ਹੋ, ਚੰਡੀਗੜ੍ਹ ਦੇ ਵਿੱਚ ਇੰਨੀ ਜਨਸੰਖਿਆ ਨਹੀਂ ਸੀ। ਲੇਕਿਨ ਇੱਕ ਗੱਲ ਇਹ ਹੈ, ਚਲੋ ਮਹਿੰਗਾਈ ਤਾਂ ਹੋਣੀ ਹੈਗੀ। ਜਿਹਦੇ ਕੋਲ ਇੱਕ ਗੱਡੀ ਸੀ 4 ਗੱਡੀਆਂ ਹੋ ਗਿਆ। ਕਿਹੜਾ ਬੰਦਾ ਜਿਹਦੇ ਕੋਲ ਮੋਟਰਸਾਈਕਲ ਨਹੀਂ ਹੈਗਾ? ਸਾਈਕਲ ਤਾਂ ਬੰਦ ਹੀ ਹੋ ਗਈ, ਸਾਈਕਲ ਤਾਂ ਹੈ ਹੀ ਨਹੀਂ ਰਾਜੇ। ਅਸੀਂ ਮਤਲਬ ਜਿਹੜੇ ਸਾਡੇ ਪੜੋਸੀ ਜੀ ਜਿਨ੍ਹਾਂ ਕੋਲ ਸਾਈਕਲ ਨਹੀਂ ਸੀ, ਮੇਰੇ ਕੋਲ ਆਪ ਸਾਈਕਲ ਨਹੀਂ ਸੀ, ਮੇਰੇ ਕੋਲ 4 ਸਕੂਟਰ ਹੈਗੇ, ਮੋਟਰਸਾਈਕਲ ਹੈਗੇ। 10 ਗੱਡੀਆਂ ਤੇ ਪੈਟਰੋਲ ਤੇ ਮਹਿੰਗਾ ਹੋਣਾ ਹੀ ਹੋਣਾ ਗਿਆ। ਸੋ ਇਹਨਾਂ ਦਾ ਕਹਿਣਾ ਕਿ ਵੱਧ ਰਹੀ ਜਿਹੜੀ ਪਾਪੂਲੇਸ਼ਨ ਆ ਉਹ ਵੀ ਮਹਿੰਗਾਈ ਦਾ ਕਾਰਨ ਆ, ਕਿਉਂਕਿ ਪਹਿਲਾਂ ਲੋਕਾਂ ਕੋਲ ਸਾਧਨ ਘੱਟ ਸੀ, ਹੁਣ ਹਰ ਘਰ ਦੇ ਵਿੱਚ 2-4 ਸਾਧਨ ਨੇ, ਜਿਸ ਕਾਰਨ ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਨੇ। ਇੱਥੇ ਹੋਰ ਵੀ ਕੁਝ ਲੋਕ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਇਸ ਵਕਤ ਖਰੀਦਦਾਰੀ ਕਰਨ ਦੇ ਲਈ ਆਏ ਨੇ ਔਰ ਸਬਜ਼ੀਆਂ ਖਰੀਦ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਦੁਕਾਨ ਤੁਹਾਡੀ ਆ? ਅੱਜ ਮਹਿੰਗਾਈ ਇੰਨੀ ਵੱਧ ਰਹੀ ਆ, ਕੀ ਕਹਿਣਾ ਚਾਹੋਗੇ ਜਦੋਂ ਲੋਕ ਸਬਜ਼ੀ ਲੈਣ ਆਉਂਦੇ ਨੇ? ਇੱਧਰ ਦੇਖਿਓ, ਲੋਕ ਸਬਜ਼ੀ ਲੈਣ ਆਉਂਦੇ ਨੇ, ਕਹਿੰਦੇ ਯਾਰ ਮਹਿੰਗਾਈ ਬਹੁਤ ਆ, 50 ਰੁਪਏ ਕਿਲੋ ਤੱਕ ਕਹਿੰਦੇ ਮੂਲੀਆਂ ਹੋ ਗਈਆਂ। इस विषय में क्या करा जाए, जो पीछे से इतना महंगा आएगा तो हमें आगे से ही इस रेट में बेचना पड़ेगा जो हमें 10-5 रुपये मार्जिन से हो। बाकी पीछे से महंगाई हो रही है तो हमें आगे करनी पड़ती है। पीछे कहाँ से? किसान तो लगातार कह रहा है कि जो मैं फसल बीजता हूँ मुझे उसका सही मूल्य नहीं मिल रहा, तो फिर बीच में बढ़ा कौन रहा है रेट? बढ़ा रही है सरकार के ऊपर डिपेंड है, वो कैसे बढ़ रही है कैसे नहीं। उनका टैक्स, उनका जो टैक्स है वो किसान को पता होगा, सरकार को पता होगा टैक्स क्यों इतना भर रहा है जा रहा है, और सब्जी इतने फ्रूट क्यों इतना महंगा हो रहा है। आप मानते हो कि जो किसान और एक ग्राहक है, जहाँ आप हैं दुकानदार हैं, आपके बीच में एक दलाल बैठा है, वो भी बढ़ा रहा है रेट? नहीं ऐसा कुछ नहीं है। जैसे हम जॉब कर रहे हैं कि अपना काज कर रहे हैं तो वो बीच में होते हैं, वही उनकी डील होती है आपस में। हाँ, कमीशन वो होता है, तो उनके अकॉर्डिंग हमारे तक फ्रूट आता है, जब सब्जी आती है तो हमें उनसे परचेज करना पड़ता है। परचेज करने के बाद जब उनका जो रेट होगा वो हमें लेना पड़ेगा, क्योंकि फिर हमें आगे 5-10 रुपये का मार्जिन आगे रखना पड़ता है हमें, ज़्यादा नहीं है इसमें। बाकी पीछे से जो महंगाई है, जो रेट है वो कौन फिक्स करता है? ये सब्जी के जो जैसे जिनके नाम की आड़त होती है, जो मुनीम होता है वो फिक्स करके माल बेचते हैं वो। हाँ जी, ये जो सरकार बोलते हैं सरकार के अकॉर्डिंग रेट फिक्स करते हैं, जो अपनी मर्जी से रेट फिक्स करते हैं? अपनी मर्जी से ऐसे कैसे करते हैं बिना सरकार के, बिना उससे। अब जो भी है वो फसल आती है तो बिना टैक्स के तो फसल तो आएगी नहीं, तो टैक्स दे के ही आएगी इसमें। तो वो टैक्स से दे के तब जाके फसल का रेट जो आता है, जैसे एक आम हो गया तो आम का रेट वो उधर से आ रहा हो, और सरकार का टैक्स जो देने के बाद 20 रुपये का आम हो 70 रुपये का बढ़ जाएगा, वो तो फिर हमें 80 रुपये खरीदना पड़ेगा, इधर 85-90 बेचना पड़ेगा हमें।
10 रुपये मार्जिन रखना पड़ता है हर जगह पे। ठीक है। सो ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਆਪਣਾ ਮਾਰਜਨ ਰੱਖ ਕੇ ਹੀ ਚੀਜ਼ ਵੇਚਣੀ ਪੈਂਦੀ ਹੈ। ਇੱਥੇ ਹੋਰ ਵੀ ਬਹੁਤ ਸਾਰੇ ਲੋਕ ਨੇ। ਇੱਕ ਭਾਈ ਸਾਹਿਬ ਖੜੇ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਇੰਨੀ ਅੱਜ ਮਹਿੰਗਾਈ ਵੱਧ ਰਹੀ ਹੈ ਜੀ, ਲਗਾਤਾਰ ਪੈਟਰੋਲ ਦੇ ਰੇਟ ਉੱਤੇ ਹੋ ਰਹੇ ਨੇ, ਆਮ ਬੰਦੇ ਦੀ ਪਹੁੰਚ ਤੋਂ ਬਾਹਰ, ਕੀ ਕਹਿਣਾ ਚਾਹੋਗੇ? नहीं मैं कुछ नहीं कहूँगा जी। ਅੱਛਾ ਜੀ। मैं कुछ नहीं कहूँगा, थैंक यू। ਠੀਕ ਹੈ। ਸੋ ਇਹਨਾਂ ਨੇ ਗੱਲਬਾਤ ਕਰਨ ਤੋਂ ਮਨਾ ਕਰਤਾ। ਇੱਥੇ ਦੁਕਾਨਦਾਰ ਵੀ ਨੇ, ਉਧਰ ਦੇਖੋ ਇੱਕ ਭੈਣ ਜੀ ਆ ਰਹੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਮੈਡਮ, ਲਗਾਤਾਰ ਪੈਟਰੋਲ ਦੇ ਰੇਟ ਵੱਧ ਰਹੇ ਨੇ, ਮਹਿੰਗਾਈ ਵੱਧ ਰਹੀ ਆ, ਆਮ ਬੰਦੇ ਦੀ ਜੇਬ ਤੇ ਬੋਝ ਪੈ ਰਿਹਾ, ਕੀ ਕਹਿਣਾ ਚਾਹੋਗੇ? पेट्रोल से चलो हम तो मध्य वर्गीय परिवार से हैं, लेकिन जो सबसे ज़्यादा जो नुकसान होता है वो गरीब वर्ग को होता है, क्योंकि हम तो फिर भी मैनेज कर लेते हैं। बट ये जो आम बंदा है, पेट्रोल जिदा हुण मैं जॉब करदी हाँ तो मेरा जिहड़ा हैगा ड्राइवर है वही कहंदा मैडम जी पेट्रोल वध रहा है, पेट्रोल वध रहा है। हुण असीं भी इन्नी उहदे च नहीं हैगे भी असीं उन्हां दी डिमांड्स पूरी कर सकीए। ओवरऑल देखा जाए सारी सोसाइटी ਨੂੰ ਹੀ ਫਰਕ ਪੈ ਰਿਹਾ ਇਸ ਚੀਜ਼ ਦਾ, पेट्रोल डीजल मतलब पूरे समाज से पै रहा ना, चाहे वो मध्य वर्गीय है चाहे वो गरीब है। बट ये है थोड़ा सा हम डिफ्रेंशिएट कर सकते हैं भी मध्य वर्गीय फिर भी मैनेज कर लेता है। क्योंकि चलो तनख्वाहां आउंदियां, बिजनेस ने छोटे मोटे, ਜਿਹੜਾ ਗਰੀਬ ਵਰਗ ਹੈ, ਜਿਹੜਾ ਡੇਲੀ ਰੂਟੀਨ ਦਾ ਕਮਾਉਣ ਵਾਲਾ ਬੰਦਾ ਹੈ, ਉਹਨਾਂ ਨੂੰ ਜ਼ਿਆਦਾ ਫਰਕ ਪੈ ਰਿਹਾ। ਰਸੋਈ ਤੇ ਹੀ ਫਰਕ ਪੈ ਰਿਹਾ ਲਗਾਤਾਰ, ਕਿਉਂਕਿ ਤੁਸੀਂ ਦੇਖ ਰਹੇ ਆ ਕਿ ਸਮਾਨ ਲੈ ਕੇ ਜਾ ਰਹੇ ਹੋ ਘਰ ਦੇ ਰਸੋਈ ਦੇ ਲਈ। ਸਬਜ਼ੀ ਮੰਡੀ ਕਹਿਣ ਨੂੰ ਸਸਤੀ ਹੈ, ਪਰ ਮੈਂ ਦੇਖਿਆ ਕੰਪੇਅਰ ਕੀਤਾ ਜਿਹੜੀ ਆਪਣੀ ਕਿਸਾਨਾਂ ਦੀ ਮੰਡੀ ਹੈ ਉਸ 'ਚ ਵੀ ਇਹੀ ਰੇਟ ਹੈ, ਇੱਥੇ ਵੀ ਇਹੀ ਰੇਟ ਹੈ, ਕੋਈ ਖਾਸ ਫਰਕ ਨਹੀਂ ਹੈਗਾ। ਤਾਂ ਠੀਕ ਹੈ, ਹਾਂਜੀ ਧੰਨਵਾਦ ਜੀ। ਸੋ ਦੇਖਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਜੋ ਇੱਕ ਮੱਧ ਵਰਗੀ ਪਰਿਵਾਰ ਹੈ ਉਹ ਥੋੜਾ ਬਹੁਤਾ ਐਡਜਸਟ ਕਰ ਲੈਂਦਾ, ਪਰ ਜੋ ਉਸ ਤੋਂ ਵੀ ਨੀਚੇ ਹੈ ਉਹਨਾਂ ਨੂੰ ਐਡਜਸਟ ਕਰਨਾ ਬਹੁਤ ਔਖਾ ਹੁੰਦਾ। ਅਸੀਂ ਇੱਥੇ ਹੋਰ ਵੀ ਗੱਲਬਾਤ ਕਰਾਂਗੇ। ਵੀਰ ਆ ਰਹੇ ਨੇ, ਕੀ ਕਹਿਣਾ ਚਾਹੋਗੇ ਅੱਜ ਦੀ ਮਹਿੰਗਾਈ ਤੇ? ਪੈਟਰੋਲ ਦੇ ਰੇਟ ਲਗਾਤਾਰ ਵੱਧ ਰਹੇ ਆ, ਸਬਜ਼ੀਆਂ ਦੇ ਰੇਟ ਵੱਧ ਰਹੇ ਹੈਗੇ। बिल्कुल बिल्कुल सर, रेट तो भाजी क्या दसी आजकल, तो क्या ही बोल सकते हैं। दोस्त तो हम सरकार को भी नहीं दे सकते, किसी को भी दे सकते हैं। ਅੱਛਾ, ਕਿਹਨੂੰ ਕਾਰਨ ਮੰਨਦੇ ਹੋ, ਕੀ ਕਾਰਨ ਮੰਨਦੇ ਹੋ? भाजी महंगाई का कारण पता की है, ये जो अर्थव्यवस्था जो डाउन हुई है ना भाजी, ये हुई है कोविड करके, कोरोना करके। सरकार बोलते हैं, हम दोष देते हैं सरकार को पेट्रोल के लिए, उससे बेटर है भाई हम ना, पता क्या है, सरकार ने उनका टैक्स है वो जो वैट टैक्स ले रही है और राज्य सरकार जो वैट टैक्स ले रही है उनको कम करे सर, रेट ऑटोमेटिक कम हो जाएंगे पेट्रोल के। ਅੱਛਾ, ਫਿਰ ਜਿਹੜਾ ਸੈਂਟਰ ਦਾ ਤੇ ਸਟੇਟ ਦਾ ਟੈਕਸ ਹੈਗਾ, ਜੇਕਰ ਉਹ ਘੱਟ ਕੀਤਾ ਜਾਵੇ ਤਾਂ ਪੈਟਰੋਲ ਦੇ ਰੇਟ ਘੱਟ ਸਕਦੇ ਆ ਨਾ। स्टेट टैक्स ही कम कर दें, स्टेट टैक्स भी इतना सारा लेते हैं, 30-32% लेते हैं सर, वही कम कर दे तो तेल 80 रुपीज़ ही होगा सर, इससे ज़्यादा नहीं होगा। ਤੇ ਜਿਹੜੀਆਂ ਸਬਜ਼ੀਆਂ ਜਾਂ ਅੱਜ ਖਾਣ ਵਾਲਾ ਤੇਲ ਹੈਗਾ ਉਹ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ। हो रहा भाजी, मैं तेल का टीन लेने ही आया था, तो टीन पै रहा मैनू 240 रुपये का, 190 रुपये का टीन पै रहा, मतलब 190 रुपये लीटर पड़ेगा, मतलब तो सोच लो कितने 15 किलो का होगा, पहले 170-80 रुपये फिर था, अब 230-40 में हो गया सर तेल भी। क्या बोलें सर, किसको कर सकते हैं, कर रहे हैं सर महंगाई में, अब क्या बोल सकते हैं। ਸੋ ਲਗਾਤਾਰ ਗੱਲ ਕਰ ਰਹੇ ਆ ਲੋਕਾਂ ਦੇ ਨਾਲ ਜਿਹੜੇ ਇਸ ਮਹਿੰਗਾਈ ਦੇ ਹੇਠ ਦਬ ਰਹੇ ਨੇ। ਅੱਗੇ ਵੀ ਜਾਵਾਂਗੇ, ਗੱਲਬਾਤ ਕਰਾਂਗੇ। ਇੱਥੇ ਦੁਕਾਨਦਾਰ ਵੀ ਨੇ, ਦੁਕਾਨਦਾਰ ਬੀਬੀਆਂ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਮਹਿੰਗਾਈ ਨੂੰ ਲੈ ਕੇ ਕੀ ਸੋਚਦੀਆਂ ਨੇ। ਅਮਾ, लगातार महंगाई बढ़ रही है, क्या कहना चाहोगे? अब तो घट रही है। अच्छा, अब कट हो गई है। अच्छा, ਤੁਸੀਂ ਕਿਵੇਂ ਕਹਿੰਦੇ ਹੋ ਘਟ ਹੋ ਗਈ ਹੈ? कैसे अम्मा कैसे कह रहे हैं कि अब घट गई है महंगाई? अरे भैया बहुत बढ़ गई महंगाई। हाँ, तो अम्मा तो कह रही है कि घट गई है। अरे अम्मा को क्या पता, अम्मा तो ऐसे ही है। हाँ, अम्मा तो बच्चे कमाने वाले तो बस ऐसे ही आ जाती है घूमने फिरने। हाँ, आप भी देख रहे हैं कि शिमला मिर्च आपने रखी हुई है और सब्जियां रखी है, ब्रोकली रखी है। आपकी दुकानदारी पे भी असर पड़ रहा है इन सब का, महंगाई बढ़ने का, क्योंकि कस्टमर कम आता है। आता है, बहुत महंगा सौदा हो गया जरा। कैसे मैनेज करते हो? बस कर ही लेते हैं थोड़े बहुत पे, 2-4 रुपये पे तो कमाई मिल रही है, आप ज़्यादा नहीं कमा देगा, 8 रुपये ऊपर ही महंगा चल रहेगा। ਸੋ ਦੁਕਾਨਦਾਰ ਵੀ ਲਗਾਤਾਰ ਇਸ ਵੱਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਨੇ, ਕਿਉਂਕਿ ਜਿਵੇਂ ਜਿਵੇਂ ਸਮਾਨ ਦਾ ਰੇਟ ਵੱਧ ਰਿਹਾ ਉਵੇਂ ਉਵੇਂ ਗ੍ਰਾਹਕਾਂ ਦਾ ਆਉਣਾ ਘਟ ਰਿਹਾ ਹੈ ਔਰ ਗ੍ਰਾਹਕੀ ਘਟ ਰਹੀ ਹੈ। ਇੱਥੇ ਹੋਰ ਵੀ ਲੋਕ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ?
ਸੋ ਇਹਨਾਂ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਹੈ। ਅਸੀਂ ਚੰਡੀਗੜ੍ਹ ਜਾਂ ਮੋਹਾਲੀ ਦੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ, ਆਮ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਪੈਟਰੋਲ ਦੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਰੇਟ ਲਗਾਤਾਰ ਵੱਧ ਰਹੇ ਨੇ, ਆਮ ਲੋਕਾਂ ਦੀ ਪਹੁੰਚ ਤੋਂ ਸਭ ਚੀਜ਼ਾਂ ਦੂਰ ਹੁੰਦੀਆਂ ਜਾ ਰਹੀਆਂ ਨੇ। ਕੀ ਕਾਰਨ ਹੈ? ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਦੇਖ ਸਕਦੇ ਹੋ ਕਿ ਪਿੱਛੇ ਆਟੋ ਰਿਕਸ਼ਾ ਖੜੇ ਨੇ। ਬੇਸ਼ੱਕ ਇਹ ਆਟੋ ਰਿਕਸ਼ਾ CNG ਦੇ ਉੱਪਰ ਚੱਲਦੇ ਨੇ, ਪਰ CNG ਦੇ ਪਿਛਲੇ ਦਿਨਾਂ ਤੋਂ ਰੇਟ ਵਧੇ ਨੇ, ਜਿਸ ਕਾਰਨ ਇਹਦਾ ਬੋਝ ਆਮ ਜਨਤਾ ਦੀ ਜੇਬ ਤੇ ਵੀ ਪਿਆ। ਸਾਡੇ ਨਾਲ ਆਟੋ ਡਰਾਈਵਰ ਨੇ। ਕਿੰਨਾ ਰੇਟ ਵਧਿਆ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ CNG ਦਾ? वो जी 5-7 रुपये बढ़ गया जी। ਪਹਿਲਾਂ ਕੀ ਰੇਟ ਪੈਂਦਾ ਸੀ ਤੁਹਾਨੂੰ? पहले तो 30 रुपये लीटर था। अच्छा 30 रुपए। हाँ। अब क्या रेट मिल रहा है? अभी 70 रुपया 90 पैसा है। 70 रुपये 90 पैसे CNG ਦਾ। नहीं 65 रुपया 90 पैसा। 65 रुपए 90 पैसे। हाँ जी हाँ जी। ਠੀਕ ਹੈ। ਫਿਰ ਇੰਨਾ ਤੁਹਾਡੀ ਜੇਬ ਤੇ ਬੋਝ ਪਿਆ, ਫਿਰ ਜਿਹੜੇ ਲੋਕ ਤੁਹਾਡੇ ਆਟੋ ਦੇ ਵਿੱਚ ਬੈਠਦੇ ਨੇ ਫਿਰ ਕਿਰਾਇਆ ਵਧਾਇਆ ਨਾਲ? हाँ किराया एक्स्ट्रा लेना पड़ता है। ਅੱਛਾ ਐਕਸਟਰਾ ਦੱਸ ਕੇ ਲੈਣਾ ਪੈਂਦਾ ਵੀ ਯਾਰ ਰੇਟ ਵੱਧ ਗਏ ਹੈਗੇ। रेट बढ़ गया 10 रुपया फालतू लेना पड़ता है। ਕਈ ਵਾਰ ਲੋਕ ਕਹਿੰਦੇ ਵੀ ਹੋਣਗੇ ਕਿ ਯਾਰ ਪਹਿਲਾਂ ਤਾਂ ਇੰਨਾ ਰੇਟ ਸੀਗਾ ਤੇ ਹੁਣ ਤੁਸੀਂ ਰੇਟ ਇੰਨਾ ਲੈ ਰਹੇ ਹੋ। ਮੰਨ ਲਓ ਇੱਥੇ ਤੁਸੀਂ 2 ਕਿਲੋਮੀਟਰ ਜਾਣਾ, ਪਹਿਲਾਂ 20 ਰੁਪਏ ਲੈਂਦੇ ਹੋਵੋਗੇ, ਹੁਣ 30 ਲੈਂਦੇ ਹੋਵੋਗੇ। हाँ 30 लेंदे हैं। ਫਿਰ ਲੋਕ ਨਹੀਂ ਬੋਲਦੇ ਤੁਹਾਡੇ ਨਾਲ ਕਿ ਯਾਰ ਤੁਸੀਂ ਰੇਟ ਵਧਾਇਆ ਹੈਗਾ? बोलते हैं। अच्छा। सवारी बोलते हैं कि नहीं देंगे भाई, 20 रुपये से ज़्यादा नहीं देंगे। ਅੱਛਾ हाँ ਠੀਕ ਹੈ। ਕਈ ਲੜ ਵੀ ਪੈਂਦੇ ਹੋਣਗੇ ਨਾਲ? लहर भी पड़ता है। जिसको जरूरी है जाते हैं, जल्दी है चले जाते हैं 10 रुपये एक्स्ट्रा लगा के। जिसको जल्दी नहीं वो छोड़ देते हैं। ਠੀਕ ਆ। ਕੀ ਕਹਿਣਾ ਚਾਹੋਗੇ ਜਿਹੜੇ ਲਗਾਤਾਰ ਰੇਟ ਵੱਧ ਰਹੇ ਆ, ਕੀ ਕਾਰਨ ਮੰਨਦੇ ਹੋ? क्या कारण क्या मान सकते हैं, वो तो गवर्नमेंट के हाथ में ना, हम लोग क्या कर सकते हैं। जब 10 भाई इकट्ठा होगा तभी तो कुछ बात बन सकता है, अकेला आदमी क्या करेगा। मोदी जी तो कह रहे हैं कि तरक्की हो रही है, तो ये आप इसको तरक्की मानते हो? गरीब आदमी मर रहा है इसके पीछे, कैसे तरक्की है। 2 साल से लॉकडाउन लगाया, हम लोग का गाड़ी खींच लिया बैंक वाले ने। अभी किराए पे गाड़ी नहीं मिलता, 1.5 महीना से बैठा था यहाँ पे, फिर बड़ा मुश्किल से वो गाड़ी लाया हूँ, ला रहा हूँ 2 दिन से। अच्छा। तो तरक्की कैसे हो रहा है, गरीब आदमी तो नीचे जा रहा है भाई साहब। लगातार सिलेंडर के रेट भी बढ़ रहे हैं, खाने के तेल के रेट भी बढ़ रहे हैं, तो उस पर क्या कहना चाहोगे? सारे कुछ सर बढ़ रहे हैं, सारे कुछ बढ़ रहे हैं। तो हम सब लोग क्या करें, जो आम जनता है उनसे बोलते हैं कि गैस सिलेंडर बढ़ गया रेट, तो हमको पैसा दो, तो वो तो उतना ही पैसा देता है, ज़्यादा पैसा नहीं देता है, उतने देगा पैसा, लड़ जाता है। अच्छा। तब हम सब लोग गरीब लोग क्या कर सकते हैं, कहाँ जाए, किनको बोले हैं। नहीं, आप इलेक्शन के टाइम वोट देते हो, तो जो आपके लीडर हैं आप उनको नहीं बोलते कि यार महंगाई बढ़ रही है, आप इस पर कुछ करो? उस टाइम तो कह देता है कि सब ठीक हो जाएगा, जब बाद में जीत जाते हैं तो फिर तो बस अच्छा। हर कोई लीडर अपनी कहानी सुना रहा है। हाँ अपना अपना कहानी सुनाता है, जीतने के बाद कोई जनता कहाँ है नहीं है उसको कोई पता नहीं है, कहाँ मरा कटा क्या हुआ नहीं हुआ उसको कोई जवाब नहीं है। ज़्यादा करेगा आपको पैसे दिलवा देगा, 5 लाख आएगा 3 लाख उसी में खा जाएगा, मुखिया सरपंच डायरेक्टली खा जाएगा, उसमें भाई 2 लाख दे देगा, उससे क्या होगा, उसका कोई फायदा नहीं। लगातार महंगाई बढ़ रही है, तो जेब पे कितना अभी बोझ पड़ा है? अभी तो बहुत बोझ पड़ा है, अभी एक गरीब आदमी सब मर रहा है भूखा, ऊपर से बैंक जो पुलिस वाले चालान कर रहे हैं, ऊपर से पुलिस वाला कहीं रोकते हैं गाड़ी रोड पे तो उस पर भी चालान कर देते हैं, इसका कोई मतलब। कई बार पुलिस की जेब भी गर्म करनी पड़ती होगी। हाँ जेब भी गर्म करना पड़ता है। अच्छा। तब छोड़ता है। फिर आप वो सवारी पे डाल देते हो? नहीं सवारी पे क्यों डालेंगे हम, सवारी जो रेट है तो वही देगा, उसे आप थोड़े 10 रुपया फालतू दे देगा। पहले कितना कमाते थे जब CNG का रेट नहीं बढ़ा था? पहले पर डे कितना कमा लेते थे? 1000 रुपया हम सब चीज़ काट मार के बच जाता था। अब कितना बचता है? अब तो 200 500 भी नहीं बचता है। अच्छा 500 बचना मुश्किल है अभी। दिन में वही खाना पीना काट करके 400 300 बचता है बस। तो परिवार पाल लेते हो, पूरे महीने का खर्चा निकल जाता है? उसमें क्या खर्चा निकलेगा, 2500 3000 तो रूम में किराया हो गया, उसमें 5000 का महीना चलो खाने पीने में चला गया, ऊपर से बच्चा पढ़ाई लिखाई उसमें कहाँ पूरा होगा, 9000 10,000 में क्या बचेगा आप लोग का, उसमें पूरा खर्चा ख़त्म हो जाता है, कुछ नहीं बचता है। आप इसको तरक्की मानते हो? 2014 से लेके मोदी जी आए हैं, लेकिन अर्थव्यवस्था इकॉनमी देश की गिर रही है, लगातार महंगाई बढ़ रही है, मोदी जी बोल रहे हैं कि तरक्की हो गई है देश की। ये कोई तरक्की नहीं, मोदी जी जितना बोल रहे हैं झूठ बोल रहे हैं,
ये गरीब आदमी को मार रहा है, जो अमीर है वो तो उसको कोई फर्क नहीं पड़ने वाला है, उसको पैसे अकाउंट में जमा है, वो बैठ के खाएगा। हम लोग का गरीब लोग का मरेंगे। ਸੋ ਦੇਖਿਆ ਕਿ ਇਹ ਉਹ ਆਮ ਲੋਕ ਨੇ, ਗਰੀਬ ਲੋਕ ਨੇ ਜੋ ਆਟੋ ਰਿਕਸ਼ਾ ਚਲਾ ਕੇ ਆਪਣਾ ਪੇਟ ਪਾਲਦੇ ਨੇ, ਆਪਣਾ ਪਰਿਵਾਰ ਪਾਲਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੋ CNG ਉਹਨਾਂ ਨੂੰ 30 ਰੁਪਏ ਤੱਕ ਮਿਲਦੀ ਸੀ, ਹੁਣ 65 ਰੁਪਏ ਤੱਕ ਮਿਲਦੀ ਹੈ ਤੇ ਇਸ ਦੇ ਨਾਲ ਉਹਨਾਂ ਦੀ ਜੇਬ ਤੇ ਬੋਝ ਪਿਆ। ਜਿਹੜੀ ਕਮਾਈ ਪਹਿਲਾਂ 1000 ਰੁਪਇਆ ਪਰ ਡੇ ਹੁੰਦੀ ਸੀ, ਹੁਣ 4 ਤੋਂ 500 ਰੁਪਇਆ ਘਟ ਕੇ ਰਹਿ ਗਿਆ, ਜਿਸ ਦੇ ਨਾਲ ਉਹਨਾਂ ਨੂੰ ਪਰਿਵਾਰ ਪਾਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਇਸ ਵੱਧ ਰਹੀ ਮਹਿੰਗਾਈ ਦੇ ਬਾਬਤ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਜੁੜੇ ਰਹੋ ਸਾਂਝਾ ਟੀਵੀ ਦੇ ਨਾਲ। ਜਿਹੜੇ ਪੈਟਰੋਲ ਪੰਪ ਤੇ ਖੜੇ ਆ, ਇਹ ਪੰਜਾਬ ਦੇ ਮੋਹਾਲੀ 'ਚ ਹੈ ਤੇ ਅੱਜ ਡੀਜ਼ਲ ਦਾ ਰੇਟ ਹੈ 97 ਰੁਪਏ 56 ਪੈਸੇ ਤੇ ਪੈਟਰੋਲ ਦਾ ਰੇਟ ਹੈ 107 ਰੁਪਏ 78 ਪੈਸੇ। ਤੁਸੀਂ ਦੇਖ ਸਕਦੇ ਹੋ ਕਿ ਦਿਨ ਬਾ ਦਿਨ ਪੈਟਰੋਲ ਔਰ ਡੀਜ਼ਲ ਦੇ ਰੇਟ ਵੱਧ ਰਹੇ ਨੇ। ਇੱਥੇ ਕੁਝ ਲੋਕ ਵੀ ਮੌਜੂਦ ਨੇ ਜੋ ਇੱਥੇ ਡੀਜ਼ਲ ਤੇ ਪੈਟਰੋਲ ਆਪਣੇ ਸਕੂਟਰਾਂ, ਮੋਟਰਸਾਈਕਲਾਂ, ਗੱਡੀਆਂ ਦੇ ਵਿੱਚ ਭਰਵਾਉਣ ਲਈ ਆਏ ਨੇ। ਗੱਲਬਾਤ ਕਰਾਂਗੇ। लगातार ਜਿਹੜੇ ਹੈਗੇ ਆ ਡੀਜ਼ਲ ਦੇ ਰੇਟ ਵਧ ਰਹੇ ਨੇ, ਪੈਟਰੋਲ ਦੇ ਰੇਟ ਵਧ ਰਹੇ ਨੇ, ਕੀ ਕਹਿਣਾ ਚਾਹੋਗੇ जी? सर क्या करिए बताओ, इस सरकार से तंग आ गए जी असी। इसके करके सर मेरा गिलास का काम हैगा, हर एक चीज़ इतनी महंगी हो रही है कि मुश्किल हो रहा है काम करना आज की डेट में। बहुत मुश्किल हो रहा है जी। मेरा शीशे का काम है सर, शीशा नहीं मिल पा रहा सानू किसी भी रेट में। ਜਾਣੀ ਕਿ ਜਿਹੜੀ ਮਹਿੰਗਾਈ ਦੀ ਮਾਰ ਆ ਉਹ ਹਰ ਕੰਮ ਤੇ ਪਈ ਆ, ਹਰ ਕਾਰੋਬਾਰ ਤੇ ਪਈ ਆ। हाँ जी, बहुत बुरा हाल है जी इस पर। ਕੀ ਕਾਰਨ ਮੰਨਦੇ ਹੋ ਜਿਹੜੀ ਮਹਿੰਗਾਈ ਵੱਧ ਰਹੀ ਹੈ ਇੰਨੀ? पेट्रोल डीजल ही जो ट्रांसपोर्ट ही महंगा पड़ेगा तो फिर देखो ऑटोमेटिकली हर एक चीज़ बढ़ेगी। हाँ जी ਠੀਕ ਹੈ। ਔਰ ਕਈ ਲੋਕਾਂ ਨਾਲ ਅਸੀਂ ਪਹਿਲਾਂ ਵੀ ਗੱਲ ਕੀਤੀ, ਉਹ ਕਹਿੰਦੇ ਕਿ ਪਾਪੂਲੇਸ਼ਨ ਵੱਧ ਰਹੀ ਆ ਤਾਂ ਕਰਕੇ ਡੀਜ਼ਲ ਦੇ ਰੇਟ ਵੱਧ ਰਹੇ ਆ, ਪੈਟਰੋਲ ਦੇ ਰੇਟ ਵੱਧ ਰਹੇ ਆ। ਲੋਕਾਂ ਦਾ ਕਹਿਣਾ ਹੈਗਾ पॉपुलेशन तो पहले भी थी, है नहीं है थी, पहले भी है थी, गाड़ी होनी वधी है, पहले भी है थी सर। गवर्नमेंट का फेलियर मानते हैं ਅਸੀਂ। ਗਵਰਨਮੈਂਟ ਫੇਲ ਹੈ ਇੱਥੇ ਕਿਉਂਕਿ ਸੈਂਟਰ ਤੇ ਜਿਹੜੀ ਸਟੇਟ ਗਵਰਨਮੈਂਟ ਦਾ ਉਹ ਟੈਕਸ ਉਹਨਾਂ ਦਾ ਇੰਨਾ ਵੱਧ ਹੈਗਾ। हाँ जी हाँ जी, ये भी GST के दायरे में होना चाहिए। हाँ जी ਠੀਕ ਹੈ। ਸੋ ਇਹਨਾਂ ਲੋਕਾਂ ਦਾ ਕਹਿਣਾ ਕਿ ਜਿਹੜਾ ਪੈਟਰੋਲ ਤੇ ਡੀਜ਼ਲ ਹੈ ਵੀ GST ਦੇ ਦਾਇਰੇ ਦੇ ਵਿੱਚ ਆਉਣਾ ਚਾਹੀਦਾ। ਉਧਰ ਦੇਖ ਸਕਦੇ ਹੋ ਕਿ ਕੁਝ ਗੱਡੀਆਂ ਵਾਲੇ ਵੀਰ ਵੀ ਨੇ ਜੋ ਗੱਡੀਆਂ ਦੇ ਵਿੱਚ ਡੀਜ਼ਲ ਭਰਵਾਉਣ ਦੇ ਲਈ ਇੱਥੇ ਖੜੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਰ ਵਰਗ ਦਾ ਬੰਦਾ ਆਉਂਦਾ, ਹਰ ਕਾਰੋਬਾਰੀ ਕੋਈ ਵੀ ਹੈ ਜੋ ਕੋਈ ਵੀ ਸਾਧਨ ਵਰਤਦਾ ਉਹ ਇੱਥੇ ਡੀਜ਼ਲ, ਪੈਟਰੋਲ, CNG ਭਰਵਾਉਣ ਦੇ ਲਈ ਆਉਂਦਾ ਹੈ। ਇਹ ਜੋ ਗੱਡੀ ਹੈ ਇਹ ਟੈਕਸੀ ਹੈ ਤੇ ਸਾਡੇ ਨਾਲ ਟੈਕਸੀ ਡਰਾਈਵਰ ਵੀਰ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਵੀਰ, ਲਗਾਤਾਰ ਜੋ ਹੈਗੇ ਆ CNG, ਡੀਜ਼ਲ, ਪੈਟਰੋਲ ਦੇ ਰੇਟ ਵੱਧ ਰਹੇ ਨੇ, ਤੁਸੀਂ ਇਹ ਗੱਡੀ ਟੈਕਸੀ ਚਲਾਉਂਦੇ ਹੋ, ਕਿੰਨਾ ਕੁ ਫਰਕ ਪਿਆ ਤੁਹਾਡੀ ਇਨਕਮ ਤੇ? ਬਹੁਤ ਫਰਕ ਪੈਂਦਾ ਸਰ ਇਹਦੇ ਨਾਲ ਤਾਂ। ਪਹਿਲਾਂ ਹੁਣ ਦੇਖ ਲਓ ਪੈਟਰੋਲ ਹੈ ਜੀ, ਜੇ ਕਿਤੇ ਆਪਾਂ ਨੂੰ ਉੱਥੇ ਜਾਣਾ ਪੈ ਜੇ ਹਿਮਾਚਲ ਜੀ, ਪੈਟਰੋਲ ਤੇ ਚੱਲਦੀ ਹੈ ਗੱਡੀ, ਠੀਕ ਹੈ ਜੀ। ਫਿਰ ਉਹ ਕਸਟਮਰ ਕਹਿੰਦਾ ਕਿ AC ਵੀ ਚਲਾਉਣਾ, ਉੱਥੇ CNG ਨਹੀਂ ਵਰਤਦੇ? ਨਹੀਂ ਵਰਤਦੀ ਜੀ CNG, ਪਹਾੜੀ ਦੇ ਇਲਾਕੇ ਤੇ ਚੱਲਦੀ ਨਹੀਂ ਜੀ, ਤੇ ਉਹਦੇ ਤੇ ਆਪਾਂ ਨੂੰ ਪੈਟਰੋਲ ਤੇ ਚਲਾਉਣਾ ਪੈਂਦਾ ਜੀ। ਤੇ ਪੈਟਰੋਲ ਫਿਰ ਦੇਖ ਲਓ ਨਹੀਂ 100 ਰੁਪਏ ਤੋਂ ਉੱਪਰ ਟੱਪ ਗਿਆ, ਹੁਣ ਕੀ ਕਰੂਗਾ ਬੰਦਾ ਜੀ, ਕਿਆ ਖਾਊਗਾ? ਉੱਤੋਂ ਟੈਕਸ ਇੰਨੇ ਮਹਿੰਗੇ ਆ ਜੀ ਕਾਰ ਦੇ, ਠੀਕ ਹੈ ਜੀ। ਹਾਂ ਬਸ ਚਲਾ ਦੇ। ਜਿਹੜੀ ਗੱਲ ਕਰੀਏ ਸਵਾਰੀਆਂ ਤੋਂ ਜੋ ਕਿਰਾਇਆ ਪਹਿਲਾਂ ਵਸੂਲਿਆ ਜਾਂਦਾ ਸੀ, ਉਹਦੇ 'ਚ ਇਜ਼ਾਫਾ ਹੋਇਆ, ਕੁਝ ਵਾਧਾ ਹੋਇਆ? ਹਾਂ ਥੋੜਾ ਜਿਹਾ ਉਬਰ ਨੇ ਵਧਾਇਆ ਹੁਣ, ਤੇ ਪਿੱਛੇ ਜਿਹੜੀ ਸਟ੍ਰਾਈਕ ਕੀਤੀ ਸੀ ਪਿਛਲੇ ਸਾਲ, ਉਹਦੇ ਕਰਕੇ ਥੋੜਾ ਜਿਹਾ ਫਰਕ ਪਿਆ। ਤੇ ਆਮ ਜਿਹੜੀ ਬੰਦੇ ਦੀ ਜੇਬ ਆ ਉਹ ਤੇ ਤਾਂ ਭਾਰ ਦਾ ਉਨਾ ਹੀ ਪਿਆ ਨਾ? ਨਹੀਂ ਹੈ ਜੀ, ਉਹਦੇ ਤੇ ਨਾਲ ਤਾਂ ਕੋਈ ਫਰਕ ਨਹੀਂ ਪਿਆ ਜੀ। ਤੇਲ ਲੈ ਲਓ, ਚੀਨੀ ਲੈ ਲਓ, ਸਾਰਾ ਕੁਝ ਕਿੰਨਾ ਮਹਿੰਗਾ ਹੈ। ਗੱਲ ਕਰੀਏ ਹਰ ਖਾਣ ਪੀਣ ਵਾਲੀ ਚੀਜ਼ ਤੋਂ ਲੈ ਕੇ ਵਰਤਣ ਵਾਲੀ ਚੀਜ਼, ਜੋ ਹਰ ਘਰ ਦੇ ਵਿੱਚ ਜ਼ਿੰਦਗੀ ਜਿਉਣ ਦੇ ਲਈ ਜੋ ਚੀਜ਼ ਚਾਹੀਦੀ ਆ ਅਸੀਂ ਵਰਤੋਂ ਕਰਦੇ ਹਾਂ, ਹਰ ਚੀਜ਼ ਦੇ ਰੇਟ ਵੱਧ ਰਹੇ ਹੈ। ਸਹੀ ਗੱਲ ਹੈ ਸਰ। ਪਹਿਲਾਂ ਦੇਖ ਲਓ 3000 'ਚ ਰਾਸ਼ਨ ਪੂਰਾ ਹੋ ਜਾਂਦਾ ਜੀ ਘਰ ਦਾ, ਹੁਣ ਕਿਤੇ ਜਾ ਕੇ 5000 'ਚ ਪੂਰਾ ਹੁੰਦਾ ਜੀ, ਤੇ 2000 ਰੁਪਏ ਤਾਂ ਵੱਧ ਹੀ ਗਿਆ ਨਾ ਜੀ। ਤੇ ਕੀ ਮੰਨਦੇ ਹੋ ਵੀ ਕਿ ਇੱਥੇ ਕੌਣ ਫੇਲ ਹੈਗਾ? ਜਿਹੜੀ ਇੰਨੀ ਮਹਿੰਗਾਈ ਦਿਨ ਬ ਦਿਨ ਵੱਧ ਰਹੀ ਆ, ਸਰਕਾਰਾਂ ਫੇਲ ਨੇ, ਲੋਕਾਂ ਦਾ ਕਸੂਰ ਆ, ਕਿਹਦਾ ਕਸੂਰ ਮੰਨਦੇ ਹੋ ਖੁਦ? ਸਰਕਾਰਾਂ ਹੀ ਕਹਿ ਸਕਦੇ, ਹੁਣ ਕੀ ਕਹਿ ਸਕਦੇ ਆ। ਪਹਿਲਾਂ 10 ਸਾਲ ਅਕਾਲੀ ਰਾਜ ਕਰ ਗਈ, ਹੁਣ ਕਾਂਗਰਸ ਸਾਹਿਬ ਕਰ ਰਹੀ ਹੈ। ਸੈਂਟਰ ਦੇ ਵਿੱਚ ਤਾਂ BJP ਹੈਗੀ, ਤਾਂ BJP ਦੇ ਤਾਂ ਹੁਣ ਹੱਥ ਹੀ ਜੋੜੇ ਆ ਜੀ, ਹੋਰ ਕੀ ਕਹਿ ਸਕਦੇ। ਅੱਛਾ, ਮੋਦੀ ਸਾਹਿਬ ਕਹਿੰਦੇ ਆ ਵੀ ਤਰੱਕੀ ਹੋ ਰਹੀ ਹੈ ਦੇਸ਼ ਦੀ। ਤਰੱਕੀ ਪੂਰੀ ਕਰ ਰਹੇ ਮੋਦੀ ਸਾਹਿਬ। ਅੱਛਾ, ਤਰੱਕੀ ਹੋ ਰਹੀ ਹੈ, ਦੇਖੋ ਕਿੰਨੀ ਤਰੱਕੀ ਹੋ ਰਹੀ ਹੈ। ਠੀਕ ਹੈ। ਲੋਕਾਂ ਦੀ ਜੇਬ ਤੇ ਭਾਰ ਪੈ ਰਿਹਾ, ਸਿਲੰਡਰ ਲੈ ਨਹੀਂ ਸਕਦੇ, ਲੋਕ ਭੁੱਖੇ ਮਰ ਰਹੇ ਹੈਗੇ। ਪਰਸੋਂ ਵੀਡੀਓ ਦੇਖੀ ਇੱਕ, ਉਹਦੇ ਵਿੱਚ ਪਤਾ ਨਹੀਂ UP ਦੀ ਸੀ, ਪਤਾ ਨਹੀਂ ਕਿੱਥੇ ਦੀ ਸੀ, ਉਹ ਕਹਿੰਦੀ ਸਾਡੇ ਘਰੇ 2 ਸਿਲੰਡਰ ਪਏ ਆ, ਕਹਿੰਦੀ ਉਹ ਚੱਕ ਕੇ ਲੈ ਜਾਓ, ਕਹਿੰਦੀ ਮੋਦੀ ਦਾ ਜੀ ਸ਼ਕਲ ਹੀ ਨਹੀਂ ਦੇਖਣੀ, ਕਹਿੰਦੀ ਦੱਸੋ। ਯੋਗੀ ਦਾ ਸ਼ਹਿਰ ਆ ਉਹ, ਉੱਥੇ ਇਹਨਾਂ ਦਾ ਬੁਰਾ ਹਾਲ ਆ, ਤੇ ਪੰਜਾਬ ਨੇ ਤਾਂ ਵੀ ਹੱਥ ਜੋੜੇ ਹੋਏ ਸਾਲ ਤੋਂ।
ਸੋ ਇਹ ਸੀ ਵੀਰ ਟੈਕਸੀ ਡਰਾਈਵਰ ਜਿਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਆਮ ਬੰਦੇ ਦਾ ਜਿਉਣਾ ਦੁੱਭਰ ਹੋ ਗਿਆ ਹੈ। ਹਰ ਕਾਰੋਬਾਰ ਦੇ ਉੱਪਰ ਵੱਧ ਰਹੀ ਮਹਿੰਗਾਈ ਦਾ ਭਾਰ ਪਿਆ, ਬੇਸ਼ੱਕ ਉਹ ਟੈਕਸੀ ਦਾ ਕਾਰੋਬਾਰ ਹੈ ਜਾਂ ਕੋਈ ਹੋਰ ਕਾਰੋਬਾਰ ਹੈ, ਹਰ ਕਾਰੋਬਾਰ ਫੇਲ ਹੋਇਆ ਹੈ ਤੇ ਲੋਕਾਂ ਦਾ, ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਕਿ ਇਸ ਫੇਲੀਅਰ ਦੇ ਵਿੱਚ ਕੇਂਦਰ ਸਰਕਾਰ ਦਾ ਵੱਡਾ ਹੱਥ ਆ, ਸਰਕਾਰਾਂ ਦਾ ਵੱਡਾ ਹੱਥ ਆ ਔਰ ਸਰਕਾਰਾਂ ਇਸ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਫੇਲ ਸਾਬਤ ਹੋਈਆਂ ਨੇ। ਬਾਕੀ ਕੀ ਲੋਕਾਂ ਦਾ ਕਹਿਣਾ ਹੈ ਤੁਸੀਂ ਖੁਦ ਸੁਣਿਆ ਤੇ ਅਸੀਂ ਤੁਹਾਡੇ ਕਮੈਂਟਾਂ ਦੀ ਉਡੀਕ ਕਰਾਂਗੇ ਕਿ ਤੁਸੀਂ ਇਸ ਵਕਤ ਬਾਬਤ ਕੀ ਕਹਿਣਾ ਚਾਹੁੰਦੇ ਹੋ। ਕੈਮਰਾਮੈਨ ਪੰਕਜ ਦੇ ਨਾਲ ਮੋਹਾਲੀ ਤੋਂ ਰਿਸ਼ੀ ਸਿੰਘ ਰਾਹੀ, FIA ਮੀਡੀਆ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।